नमस्कार, मैं हूं दीपांशी पुहाल और आप मेरे साथ देख रहे हैं उदय न्यूज लाइव। आइए रुक करते हैं कुछ खास खबरों की ओर। यूटी कर्मचारियों ने किसान आंदोलन के हक में निकाला कैंडल मार्च। कोऑर्डिनेशन कमेटी ऑफ गवर्नमेंट एंड एमसी एम्प्लॉयज एंड वर्कर्स यूटी चंडीगढ़ की अगुवाई में आज यूटी कर्मचारियों ने वाटर वर्कर्स सेक्टर 32 में कर्मचारियों ने वाटर वर्कर्स सेक्टर 32 में किसान आंदोलन के समर्थन में निकाला कैंडल मार्च, जिसमें अलग अलग विभागों के कर्मचारियों ने भाग लिया। इस मौके पर कर्मचारियों ने किसान आंदोलन में अपनी जान गंवा चुके किसानों को 2 मिनट का मौन धारकर श्रद्धांजलि भी दी। साथ ही कोऑर्डिनेशन कमेटी के प्रधान सतेंद्र सिंह और महासचिव राकेश कुमार ने केंद्र सरकार की किसानों तथा कर्मचारियों के हक छीनने वाली नीतियों की सख्त निंदा की। ਐਵੇਂ ਹੈ ਜੀ ਰਿਪੋਰਟਰ ਸਾਹਿਬ, ਜਿਹੜੇ ਕਾਨੂੰਨ ਲਿਆਂਦੇ ਗਏ ਆ, ਮੈਂ ਵਾਕਈ ਕਿਸਾਨ ਪਰਿਵਾਰ ਚੋਂ ਸੰਬੰਧ ਰੱਖਦਾ, ਪਰ ਜਿਹੜੇ ਸਾਡੇ ਵਿੱਚ ਸਾਥੀ ਸ਼ਾਇਦ ਇੱਥੇ ਜੇ ਚੰਡੀਗੜ੍ਹ ਚੋਂ ਲਈਏ ਤਾਂ 60% ਸਾਥੀ ਇਹੋ ਜਿਹੇ ਹੋਣਗੇ ਜਿਹੜੇ ਕਿਸਾਨ ਪਰਿਵਾਰ ਚੋਂ ਸਿੱਧੇ ਤੌਰ ਤੇ ਨਹੀਂ ਤਾਲੁਕ ਰੱਖਦੇ, ਪਰ ਟੇਢੇ ਤੌਰ ਤੇ ਕਿਵੇਂ ਆ। ਅਗਰ ਆਉਣ ਵਾਲੇ ਟਾਈਮ 'ਚ ਜਦੋਂ ਗੱਲਾਂ MSP ਤੇ ਚੱਲੀਆਂ, ਸ਼ਾਇਦ ਹੋ ਸਕਦਾ ਜੇ ਇਹ MSP ਪੂਰੀ ਦੇ ਵੀ ਦੇਣਗੇ, ਜਿਹੜੇ ਕਾਰਪੋਰੇਟਸ ਘਰਾਣੇ ਆ MSP ਦੇ ਦੇਣਗੇ, ਜਿਹੜੇ ਕਿਸਾਨ ਭਰਾ ਆ ਉਹਨਾਂ ਨੂੰ ਤਾਂ ਪੂਰਾ ਮਿਲਦਾ ਰਹੂਗਾ, ਪਰ ਉਹਦੇ ਤੋਂ ਬਾਅਦ ਜਿਹੜੀ ਉਹਨਾਂ ਦੀ ਅੱਗੇ ਅਸੀਂ ਆਉਣ ਵਾਲੇ ਜਿਹੜੀ ਲੇਬਰ ਹੈ ਇਨ ਦਾ ਸੈਂਸ ਜੇ ਮੈਂ ਕਹਾਂ, ਜਦੋਂ ਅਦਾਨੀ ਸਾਹਿਬ 1000 ਏਕੜ ਦੀ ਇਕੱਠੀ ਜਦੋਂ ਆ ਕੇ ਖੇਤੀ ਕਰਨਗੇ, ਉਹਦੇ ਤੋਂ ਬਾਅਦ ਉਹਨਾਂ ਨੇ ਮਸ਼ੀਨਰੀ ਹੈ ਜਿਹੜੀ ਮਸ਼ੀਨਰੀ ਚਾਈਨਾ ਤੋਂ ਲੈ ਕੇ ਆਉਣਗੇ। ਉਤੋਂ ਜੇ ਤੁਸੀਂ ਛੋਟੇ ਲੈਵਲ ਛੱਡੋ, ਵੱਡਾ ਲੈਵਲ ਲਓ, ਜਿਵੇਂ ਫਾਰਮ ਟਰੈਕ ਵਗੈਰਾ ਟਰੈਕਟਰ ਹੈ, ਇੱਦਾਂ ਦੀ ਮਸ਼ੀਨਰੀ ਵੀ ਨਹੀਂ ਉਹ ਯੂਜ਼ ਕਰਨਗੇ, ਉਹ ਮਸ਼ੀਨਰੀ ਚਾਈਨਾ ਤੋਂ ਲੈ ਕੇ ਆਉਣਗੇ। ਉਸ ਤੋਂ ਬਾਅਦ ਜਿਵੇਂ ਤੁਸੀਂ ਇਫਕੋ ਖਾਦ ਵਗੈਰਾ ਲੈ ਲਓ, ਉੱਦਾਂ ਦੇ ਵੀ ਉਹਨਾਂ ਦੇ ਇਫਕੋ ਖਾਦ ਦੇ ਵੀ ਪਲਾਂਟ ਉਹ ਖ਼ਤਮ ਕਰਕੇ ਆਪਣੇ ਪਲਾਂਟ ਲਾਉਣਗੇ, ਕਿਉਂਕਿ ਉਹ ਬਹੁਤ ਵੱਡੇ ਸਰਮਾਏਦਾਰ ਹੈ। ਉਹਦੇ ਨਾਲ ਹੀ ਜੇ ਆਪਾਂ ਟਰੈਕਟਰ ਦੀ ਜਾਂ ਫਿਰ ਆਪਾਂ ਕਹਿ ਲਈਏ ਇਫਕੋ ਖਾਦ ਦੀ, ਪਹਿਲਾਂ ਤਾਂ ਉਹਨਾਂ ਦੀ ਜਿਹੜੀ ਲੇਬਰ ਹੈ, ਹਿੰਦੁਸਤਾਨ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਪਾਪੂਲੇਸ਼ਨ ਦੇ ਨਾਲ ਅਨਐਮਪਲੋਇਮੈਂਟ ਦੀ ਪਹਿਲਾਂ ਤੋਂ ਹੀ ਚੱਲਦੀ ਹੈ, ਉਹ ਵੀ ਅਨਐਮਪਲੋਇਡ ਹੋ ਜਾਣਗੇ। ਉਹਦੇ ਤੋਂ ਬਾਅਦ ਜਿਹੜਾ ਸਾਡੇ ਕੋਲ ਬਿਹਾਰ UP ਤੋਂ ਆ ਕੇ ਜਿਹੜੀ ਲੇਬਰ ਕੰਮ ਕਰਦੀ ਹੈ, ਉਹ ਵੀ ਅਨਐਮਪਲੋਇਡ ਹੋਣੀ ਹੈ। ਉਹਦੇ ਤੋਂ ਬਾਅਦ ਦੂਜੇ ਪਾਸੇ ਜੇ ਆ ਜਾਈਏ, ਜਿਹੜਾ ਇਹਨਾਂ ਨੇ ਸਾਡੇ ਤੋਂ ਕਣਕ ਖਰੀਦਣੀ ਹੈ, ਜੇ ਅਸੀਂ ਮੰਨ ਕੇ ਚੱਲੀਏ ਵੀ ਜਿਹੜੀ ਸਾਡੀ ਚਾਹੇ 2000 ਦੀ ਹੈ, 2000 'ਚ ਲੈ ਲੈਣਗੇ, ਮੰਨ ਲਈ ਉਸ ਗੱਲ ਨੂੰ ਵੀ ਅਸੀਂ ਰਾਜੀ ਹਾਂ ਵੀ ਸ਼ਾਇਦ ਲੈ ਲੈਣਗੇ। 2000 ਵਾਲੀ ਕਣਕ ਜਦੋਂ ਆਟਾ ਸਾਡਾ ਜਿਹੜਾ ਛੋਟੇ ਲੈਵਲ ਦੇ ਲਾਲੇ ਬੈਠੇ ਆ ਦੁਕਾਨਾਂ ਤੇ, ਲਾਲਾ ਨਹੀਂ ਵੇਚ ਸਕਦਾ ਚੱਕੀ ਦੇ ਉੱਤੇ। ਇਹਨਾਂ ਨੇ ਕੀ ਸਿਸਟਮ ਲੈ ਕੇ ਆਉਣਾ ਵੀ ਲੈਬੋਰਟਰੀ ਟੈਸਟਡ ਆਊਗਾ। ਉਹ ਕਿੱਥੋਂ ਆਉਣਾ? ਲੈਬੋਰਟਰੀ ਟੈਸਟਡ ਆਊਗਾ ਅਦਾਨੀ ਸਾਹਿਬ ਦੇ ਜਿਹੜੇ ਮੌਲ ਬਣਨਗੇ, ਉੱਥੋਂ ਚੈੱਕ ਹੋ ਕੇ ਉੱਥੋਂ ਆਉਣਾ। ਉਹ 20 ਰੁਪਏ ਵਾਲੀ ਕਣਕ ਜਦੋਂ ਇਹ 50 ਰੁਪਏ 'ਚ ਵੇਚਣਗੇ, ਲੈਣ ਤੇ ਮਜਬੂਰ ਇੱਕ ਛੋਟੇ ਤੋਂ ਛੋਟਾ ਬੰਦਾ, ਜਿਹੜੇ ਮੇਰੇ ਵਿੱਚ ਮੈਂ ਕਹਿ ਕੇ ਹਟਿਆ ਵੀ 60% ਹੋ ਸਕਦੇ ਆ ਵੀ ਜਿਹੜੇ ਕਿਸਾਨ ਪਰਿਵਾਰ 'ਚੋਂ ਨਹੀਂ ਹੈ, 60% ਉਹਨਾਂ ਲੋਕਾਂ ਦੇ ਇਸ ਚੀਜ਼ ਦਾ ਇਫੈਕਟ ਹੋਣਾ। ਉਹਦੇ ਵਿਰੋਧ ਵਿੱਚ ਅਸੀਂ ਖੜੇ ਹਾਂ। ਬਿਲਕੁਲ ਜੀ, ਆਪਾਂ ਜਲਦੀ ਹੀ ਜਿਹੜੀਆਂ ਚੰਡੀਗੜ੍ਹ ਦੇ ਵਿੱਚ ਜਿਹੜੀਆਂ ਮੁਲਾਜ਼ਮ ਜਥੇਬੰਦੀਆਂ ਹੋਰ ਵੀ ਕੰਮ ਕਰ ਰਹੀਆਂ, ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਕੇ ਜਿਹੜੀ ਵੀ ਸਪੋਰਟ ਸਾਡੇ ਕੋਲ ਉਹ ਚਾਹਣਗੇ, ਆਪਾਂ ਉਹਨਾਂ ਦੀ ਮਦਦ ਕਰਾਂਗੇ। ਦੇਖੋ, ਗਵਰਨਰ ਸਾਹਿਬ ਨੂੰ ਆਪਾਂ 10 ਨਵੰਬਰ ਨੂੰ ਆਪਾਂ 10 ਦਸੰਬਰ ਨੂੰ ਗਵਰਨਰ ਸਾਹਿਬ ਹਾਊਸ ਵੱਲ ਕੂਚ ਕੀਤਾ ਸੀ। ਆਪਾਂ ਗਵਰਨਰ ਸਾਹਿਬ ਨੂੰ ਆਪਾਂ ਮੰਗ ਪੱਤਰ ਦਿੱਤਾ ਵਾ, ਉਹਨਾਂ ਨੂੰ ਬੇਨਤੀ ਕੀਤੀ ਕਿ ਇਹਨਾਂ ਤੇ ਮੀਟਿੰਗ ਕਰਕੇ ਮਸਲੇ ਹੱਲ ਕਰੋ, ਨਹੀਂ ਤੇ ਉਹਦੇ ਵਾਸਤੇ ਵੀ ਆਪਾਂ 10 ਅਪ੍ਰੈਲ ਨੂੰ 1 ਦਿਨ ਦੀ ਹੜਤਾਲ ਕਰ ਰਹੇ ਹਾਂ, 10 ਫਰਵਰੀ ਨੂੰ 1 ਦਿਨ ਦੀ ਹੜਤਾਲ ਕਰ ਰਹੇ ਹਾਂ, 1 ਜਨਵਰੀ ਨੂੰ ਸਾਡੀ ਜਿਹੜੀ ਆ ਕਨਵੈਨਸ਼ਨ ਆ, ਤੇ ਜਿਹੜੀ 30 ਦਸੰਬਰ ਨੂੰ DC ਆਫਿਸ ਦੇ ਸਾਹਮਣੇ प्रदर्शन कर रहे हैं। किसानों के समर्थन में बोलती दिखाई दी पंजाब के दिवंगत मुख्यमंत्री की बेटी। पंजाब के दिवंगत मुख्यमंत्री बेअंत सिंह की बेटी गुरकवल कौर भी किसान आंदोलन के समर्थन में बोलती दिखाई दी। प्रेस वार्ता को संबोधित करते हुए गुरकवल कौर ने कहा कि केंद्र में मोदी सरकार को अपना अड़ियल रवैया छोड़ किसानों की बात को सुनना चाहिए और समझना चाहिए। देश का किसान हर आदमी के साथ किसी न किसी तरीके से जुड़ा हुआ है, फिर चाहे वो किसी भी प्रांत का हो या फिर किसी भी राज्य का। आखदी हैं सारे अज सारे पत्रकार सारे पेपर्स तो न्यूज़ चैनल तो मेरे को पहुँचे ने, मैं थोड़ा बहुत बहुत धन्यवाद करती हैं। और इस तो बाद मैं एक अज मसला जिहड़ा है किसान दा वो अज खड़ा होया होया
और वैसे तो मैं मोदी जी साडे प्रधानमंत्री ने देश के, और उन्होंने मैं क्योंकि उन्होंने साडे देश का भार संभालिया होया, और मैं कहनी है कि उस प्रधानमंत्री जिहड़ा हुंदा है देश का रखवाला भी हुंदा है, और उन्होंने ये समझना चाहिए कि साडे सब इंसानों दी की दिक्कतां ने और की साडियां प्रॉब्लम्स ने, तो उन्होंने सुलझाउणा किवें है। सो अज किसान अंदोलन चल रहा है क्योंकि किसानों ने ये महसूस किया कि जिहड़े बिल उन्हां लई बनाए गए ने उन्हां लई वाजिब नहीं हैं। उन्होंने इस चीज़ का खदशा पैदा होया और मेरा ख्याल है वो बिल्कुल सही भी हैं, तां ही वो अज इन्नी कड़ाके की ठंड दे विच, इस तरह के मौसम दे विच, बरसात के मौसम दे विच और करोना के मौसम दे विच वो क्यों जाके बैठे ने, उन्होंने की जरूरत पै गई कि वह उत्थे जाके बैठन। सो मैं ये अपील करना ही चाहांगी अज प्रधानमंत्री नूं कि उन्हां दी जिहड़ी गल है उन्हां दे वल ध्यान दिता जावे, उस नूं बहुत ही बारीकी दे नाल सोचिया जावे, सुलझाया जावे, क्योंकि किसान ही देश की रीढ़ की हड्डी ने, उही अन्नदाता ने, उही सानू पैदावार करते हैं, और फिर उस तो इलावा एक बहुत ही थोड़े पैसों चो अपनी फसल बेच के फिर भी तसल्ली करके बैठ जाते हैं। उन्हों की उही फसल जो वड्डियां वड्डियां दुकानां ते जाती है तो वह 10-10 गुणा के रेट तो ज़्यादा बिकती है और आम आदमी की पहुँच तो बाहर हो जाती है। सो मैं अज तुहानू अपने वीरां नू इस करके अज मेरे बुलाया है कि मैं उन्होंने ये अपील कर सकां। मैं भी किसान की धी है, मैनू किसान का दर्द आ रहा है कि वो किसान सड़कों ते बैठण ते अज बिल्कुल आसमान दे विच बैठने मजबूर हो रहा है, और बहुत सारे लोगों नू उन्हां दी मौत भी हो रही है, उन्हां दी जिंदगी जा रही है, औरतां बैठियां ने, बच्चे बैठे ने, बिलक रहे ने। ये शोभा नहीं दिंदा, ये साडे देश शोभा नहीं दिंदा। साडा देश तो वैसे ही असीं कहने गुरुआं और पीरां दी धरती है, और इत्थे किसी लिए सोचा नहीं जा सकता। वो हज़ारां दी गिनती दे विच बैठे ने, हज़ारां दी गिनती च, और देश प्रदेश विच इस चीज़ की चर्चा हो रही है। मोदी साहब ने एक बार उन्होंने रूबरू होना चाहिए, उन्होंने तो पुछण कि किसान वीरो तुसीं अन्नदाता है, पंजाब साडा पूरे देश का ढिड भरदा रहा है, और अज एक किसान मजबूर हो गया, उन्हां दी गल सुनी नहीं जा रही। अंबानी एक कारपोरेट, मैनू भी पता लगता है, असीं भी रोज़ अखबारां पढ़ते हैं, लगता पता कि बड़े बड़े गोदाम जिहड़े ने बनाए जा रहे हैं पंजाब दे विच, जमाखोरी का जिहड़ा हैगा वो काम चलण वाला है। सो इस चीज़ का किसान नूं बहुत बड़ा खदशा है। सो मैं इस उपर अज मेरा दिल बड़ा रोया है, बड़ा मेरा ये दिल इस चीज़ नूं वेख के की गल है, एक जिहड़ा रक्षा करने वाला इंसान उही एक तानाशाह दी अपना मूड अपना लवे, और क्योंकि ये महसूस होंदा है बहुत दिन हो गए, 2 दिन होण 4 दिन होण, आप कहने कोई गल नहीं, चलो कोई गल नहीं, उन्होंने अपनी इन्हों खदशा कि शायद सारे नहीं, इस तरह नहीं होंदा। किसानों का जिहड़ा दुख दर्द है वो मोदी जी नूं अपील है कि उन्होंने समझो, ताकि साडा जिहड़ा अन्नदाता है वो खुश होवे और वो ज़्यादा तो ज़्यादा फसलां पैदा करके, क्योंकि मैं समझदी हाँ कि एक किसान दे आले दुआले सारी दुनिया घूमती है, वो पैदावार करेगा, वो दुकानां ते जाएगी, लोग खरीदणगे। सब्जी कितनी महंगी हो चुकी है, दालां कितनियां महंगियां हो चुकी हैं। जिहड़ी दाल 8 रुपये
ਇੱਕ ਕਿਸਾਨ ਤੋਂ ਲਈ ਜਾਂਦੀ ਹੈ ਉਹ 150 ਰੁਪਏ ਦੀ ਬਾਜ਼ਾਰ 'ਚ ਵਿਕਦੀ ਹੈ ਤੇ ਕਿਸਾਨ ਵਿਚਾਰਾ ਖੁਦਕੁਸ਼ੀਆਂ ਕਰਨ ਵਾਸਤੇ ਰਹਿ ਗਿਆ। ਕਿਸਾਨ ਵਿਚਾਰਾ ਕਰਜ਼ਈ ਰਹਿ ਗਿਆ। ਜਦੋਂ ਤੁਸੀਂ ਦਿਲ ਕਰ ਦੋ ਨੋਟਬੰਦੀ ਕਰ ਦਿਓ, ਰਾਤੋਂ ਰਾਤ ਨੋਟਬੰਦੀ ਕਰ ਦਿੱਤੀ ਗਈ, ਕਿਸੇ ਦੇ ਕੰਨ 'ਚ ਭਿਣਕ ਨਹੀਂ ਪਈ। ਲੋਕਾਂ ਦਾ ਕਿੰਨਾ ਨੁਕਸਾਨ ਹੋਇਆ। ਸੋ ਮੈਂ ਮੋਦੀ ਜੀ ਨੂੰ ਪੁੱਛਾਂਗੀ ਇਹ ਕਾਹਦੇ ਲਈ ਦੁਸ਼ਮਣੀ ਹੋ ਰਹੀ ਹੈ। ਇੱਕ ਪਾਸੇ ਤਾਂ ਕਹਿੰਦੇ ਨੇ ਕਿ ਮੋਦੀ ਜੀ ਬਹੁਤ ਕੁਝ ਚੰਗਾ ਕਰ ਰਹੇ ਨੇ, ਜੀ ਉਹ ਬਹੁਤ ਕੁਝ ਚੰਗਾ ਕਰ ਰਹੇ ਨੇ, ਤਾਂ ਫਿਰ ਇਹ ਵਾਲਾ ਦਰਦ ਜਿਹੜਾ ਕਿਸਾਨਾਂ ਨੂੰ ਅੱਜ ਉਠਾਉਣਾ ਪੈ ਰਿਹਾ ਹੈ, ਇਸ ਦੇ ਬਾਰੇ ਵੀ ਸੋਚ ਲੈਣ, ਇਸ ਦੇ ਵਾਸਤੇ ਉਹ ਧਿਆਨ ਦੇ ਲੈਣ। ਮੇਰੀ ਤੇ ਅਪੀਲ ਹੈ, ਅਸੀਂ ਤਾਂ ਅਪੀਲ ਕਰ ਸਕਦੇ ਹਾਂ। ਸੋ ਮੈਂ ਕਿਸਾਨਾਂ ਦਾ ਜਿਹੜਾ ਅੱਜ ਅੰਦੋਲਨ ਚੱਲ ਰਿਹਾ ਉਸ ਵਾਸਤੇ ਤੁਹਾਨੂੰ ਬੁਲਾਇਆ ਸੀ ਕਿ ਇੱਕ ਅਸੀਂ ਕਿਸਾਨਾਂ ਦੇ ਹੱਕ ਵਿੱਚ ਜਿਹੜਾ ਉਹਨਾਂ ਦਾ ਹੱਕ ਬਣਦਾ ਉਹਦੇ ਵਿੱਚ ਅਸੀਂ ਇੱਕ ਆਪਣੀ ਦਲੀਲ ਦੇ ਸਕੀਏ, ਤਾਂ ਕਿ ਸਾਡੇ ਪ੍ਰਧਾਨ ਮੰਤਰੀ ਜਾਂ ਸਾਡੇ ਜਿਹੜੇ ਦੂਸਰੇ ਮੰਤਰੀ ਨੇ ਜਿਨ੍ਹਾਂ ਦੇ ਉੱਪਰ ਇਹ ਜ਼ਿੰਮੇਵਾਰੀ ਹੈ। ਦੇਖੋ ਜਿਹੜਾ ਕਾਨੂੰਨ ਬਣਦਾ ਹੈ ਉਹ ਪੁੱਛ ਕੇ ਵੀ ਬਣਾਇਆ ਜਾਂਦਾ ਹੈ, ਉਹ ਸਲਾਹ ਦੇ ਨਾਲ ਵੀ ਬਣਾਇਆ ਜਾਂਦਾ। ਇਹ ਨਹੀਂ ਹੈ ਕਿ ਜੇ ਤੁਹਾਡੀ ਮੈਜੋਰਿਟੀ ਹੈ ਤਾਂ ਤੁਸੀਂ ਉਸ ਨੂੰ ਪਾਸ ਕਰਵਾ ਦਿਓ। ਸੋ ਇਹ ਇੱਕ ਮੈਂ ਸੋਚਾਂਗੀ ਇਹ ਇੱਕ ਬਹੁਤ ਵੱਡਾ ਤਸ਼ੱਦਦ ਹੈ, ਔਰ ਇਸ ਤਸ਼ੱਦਦ ਨੂੰ ਮੈਂ ਫਿਰ ਬਾਰ-ਬਾਰ ਅਪੀਲ ਦਾ ਨਾਮ ਇਸ ਕਰਕੇ ਲੈਣੀ ਹੈ ਕਿ ਅਸੀਂ ਇਹ ਚਾਹੁੰਦੇ ਹਾਂ, ਕਿਉਂਕਿ ਵਿੱਚ ਬਹੁਤ ਸਾਰੀਆਂ ਦੇਖੋ ਹੁਣ ਤਾਂ ਇਹ ਅੰਦੋਲਨ ਹੈ ਪੀਸਫੁਲ ਅੰਦੋਲਨ ਹੈ, ਪਰ ਕੱਲ ਨੂੰ ਕਈ ਇਸ ਤਰ੍ਹਾਂ ਦੀਆਂ ਕਹਿੰਦੇ ਨੇ ਕਿ ਜੋ ਚੀਨ ਵਿੱਚ ਆ ਰਿਹਾ ਹੈ, ਪਾਕਿਸਤਾਨ ਵਿੱਚ ਆ ਰਿਹਾ, ਇਹ ਆ ਰਿਹਾ, ਉਹ ਆ ਰਿਹਾ, ਇਹ ਸਾਰੀਆਂ ਗਲਤ ਗੱਲਾਂ ਅਫਵਾਹਾਂ ਉਡਾ ਜਾ ਰਹੀਆਂ। ਕੋਈ ਅਫਵਾਹਾਂ ਜਦੋਂ ਉੱਡਣ ਲੱਗ ਜਾਂਦੀਆਂ ਨੇ, ਕੋਈ ਇਸ ਤਰ੍ਹਾਂ ਦੀਆਂ ਗੱਲਾਂ ਹੋ ਜਾਂਦੀਆਂ ਨੇ, ਤਾਂ ਫਿਰ ਖਦਸ਼ਾ ਹੋ ਜਾਂਦਾ ਹੈ ਕਿ ਕੋਈ ਭੈੜੀਆਂ ਗੱਲਾਂ ਨਾ ਵਾਪਰ ਜਾਣ। ਜਿਹੜੇ ਬੰਦੇ ਅੱਜ ਕਿਸਾਨ ਮਰੇ ਨੇ ਉਹਨਾਂ ਦਾ ਘਰ ਉੱਜੜ ਗਿਆ, ਉਹਨਾਂ ਦੇ ਬੱਚੇ ਜਿਹੜੇ ਨੇ ਉਹ ਅਨਾਥ ਹੋ ਗਏ ਨੇ, ਉਹਨਾਂ ਨੂੰ ਰੋਟੀ ਕੌਣ ਖਿਲਾਏਗਾ? ਉਹ ਮੈਂ ਦੇਖਿਆ ਟੀਵੀ ਵਿੱਚ ਔਰਤਾਂ ਵਿਚਾਰੀਆਂ ਆਪੇ ਪੱਠੇ ਕੁਤਰਦੀਆਂ ਨੇ, ਆਪੇ ਵਿਚਾਰੀਆਂ ਖਾਲਾਂ ਨੂੰ ਮੋੜ ਲਾਉਂਦੀਆਂ ਨੇ, ਆਪੇ ਖਾਲ ਵਿਚਾਰੀਆਂ ਬੰਨ੍ਹ ਪਾਉਂਦੀਆਂ ਕਿਉਂਕਿ ਪਾਣੀ ਰੋਕਣਾ, ਕੋਈ ਖਾਦ ਪਾ ਰਿਹਾ, ਕੋਈ ਕੁਛ ਪਾ ਰਿਹਾ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਠੀਕ ਹੈ, ਮੈਂ ਸਮਝਦੀ ਹਾਂ ਕੁਛ ਹੱਦ ਤੱਕ, ਪਰ ਅੱਜ ਮੇਰੀ ਸਭ ਤੋਂ ਵੱਡੇ ਹੱਥ ਜੋੜ ਕੇ ਮੈਂ ਕਹਿੰਦੀ ਹਾਂ, ਹੱਥ ਜੋੜ ਕੇ ਮੈਂ ਬੇਨਤੀ ਕਰਦੀ ਹਾਂ ਮੋਦੀ ਸਾਹਿਬ ਨੂੰ, ਸਾਡੇ ਪ੍ਰਾਈਮ ਮਿਨਿਸਟਰ ਨੇ, ਸਾਡਾ ਹੱਕ ਬਣਦਾ ਉਹਨਾਂ ਨਾਲ ਗੱਲ ਕਰਨਾ। ਇਹ ਡੈਮੋਕ੍ਰੈਟਿਕ ਕੰਟਰੀ ਹੈ, ਇਹ ਸੈਕੂਲਰ ਕੰਟਰੀ ਹੈ। ਇਸ ਕੰਟਰੀ ਵਿੱਚ ਹਰ ਇੱਕ ਇਨਸਾਨ ਦਾ ਹੱਕ ਬਣਦਾ ਕਿ ਉਹ ਆਪਣੀ ਗੱਲ ਕਹੇ। ਸਭ ਤੋਂ ਵੱਡੀ ਡੈਮੋਕ੍ਰੇਸੀ ਹੈ ਸਾਡੇ ਇੰਡੀਆ। ਸੋ ਅਗਰ ਅਸੀਂ ਡੈਮੋਕ੍ਰੈਟਿਕ, ਅਗਰ ਅਸੀਂ ਸੈਕੂਲਰ ਅਸੂਲਾਂ ਨੂੰ ਲੈ ਕੇ ਚੱਲਦੇ ਹਾਂ ਤੇ ਸਾਡਾ ਜਿਹੜਾ ਹੈ ਹੱਕ ਬਣਦਾ, ਅਸੀਂ ਆਪਣਾ ਹੱਕ ਮੋਦੀ ਜੀ ਤੋਂ ਮੰਗਦੇ ਹਾਂ, ਅਸੀਂ ਆਪਣੀ ਗੱਲ ਰੱਖ ਸਕਦੇ ਹਾਂ, ਸਾਨੂੰ ਉਹ ਜਵਾਬ ਦੇਣ। ਪਰ ਅਸੀਂ ਗੁੰਮਰਾਹ ਨਹੀਂ ਹੋਣਾ ਚਾਹੁੰਦੇ। ਉਹ ਕਹਿ ਰਹੇ ਨੇ ਜੀ ਸਾਨੂੰ ਬਲੈਕਮੇਲ ਕੀਤਾ ਜਾ ਰਿਹਾ ਹੈ। ਸੋ ਇਹ ਜਿਹੜੀਆਂ ਗੱਲਾਂ ਨੂੰ ਇੱਕ ਪਾਸੇ ਰੱਖ ਕੇ, ਛੋਟੀਆਂ ਗੱਲਾਂ ਨੂੰ ਪਾਸੇ ਰੱਖ ਕੇ ਇੱਕ ਵੱਡੀ ਗੱਲ ਜਿਹੜੀ ਹੈ ਸੋਚੀ ਜਾਣੀ ਚਾਹੀਦੀ ਹੈ, ਤਾਂ ਕਿ ਕਿਸਾਨਾਂ ਦਾ ਭਲਾ ਹੋਏ, ਇਹ ਦੇਸ਼ ਦਾ ਭਲਾ ਹੋਵੇ। ਕਿਸਾਨ ਤਾਂ ਸਾਰੇ ਹਿੰਦੁਸਤਾਨ ਵਿੱਚ ਬੈਠੇ ਨੇ, ਸਾਰੇ ਹਿੰਦੁਸਤਾਨ ਦੇ ਵਿੱਚ ਮੈਂ ਖਬਰਾਂ ਸੁਣਦੀ ਹਾਂ। ਹਰ ਇੱਕ ਹਿੰਦੁਸਤਾਨ ਦਾ ਹਰ ਕਿਸਾਨ ਅੱਜ ਕੁਰਾ ਰਿਹਾ ਹੈ। ਸੋ ਮੈਂ ਹੋਰ ਇੰਨਾ ਜ਼ਿਆਦਾ ਨਾ ਕਹਿੰਦੀ ਹੋਈ ਇਹੀ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਮੋਦੀ ਸਾਹਿਬ ਨੂੰ ਅੱਜ ਕਿ ਉਹ ਇਸ ਗੱਲ ਵੱਲ ਤਵੱਜੋ ਦੇਣ, ਇਸ ਗੱਲ ਨੂੰ ਉਹ ਸੋਚਣ, ਇਸ ਗੱਲ ਦਾ ਕੋਈ ਹੱਲ ਲੱਭਣ, ਤਾਂ ਕਿ ਸਾਰੇ ਜਿਹੜੇ ਨੇ ਮੇਰੇ ਵੀਰ ਉੱਥੇ ਬੈਠੇ ਨੇ, ਕਿਸਾਨ ਮੇਰੇ ਵੀਰ, ਕਿਉਂਕਿ ਮੈਂ ਵੀ ਕਿਸਾਨ ਹੈ, ਖੁਦ ਕਿਸਾਨ ਹੈ, ਮੈਂ ਕਿਸਾਨ ਦੀ ਧੀ ਹਾਂ, ਕਿਸਾਨ ਹੈ। ਦੇਖੋ ਜਿਹੜਾ ਕਿਸਾਨ ਹੈ ਨਾ ਉਹ ਮੱਝਾਂ ਗਾਵਾਂ ਵੀ ਰੱਖਦਾ, ਉਹ ਦੁੱਧ ਵੀ ਵੇਚਦਾ, ਹਾਂਜੀ, ਤੇ ਉਹ ਸਾਰਾ ਕੁਝ ਫਿਰ ਜਿਹੜਾ ਹੈ ਉਹ ਖਤਮ ਹੋ ਜਾਏਗਾ।
ਸੋ ਇਹ ਇੱਕ ਦੂਸਰੇ ਦੇ ਨਾਲ, ਹਰ ਇੱਕ ਧੰਦਾ ਇੱਕ ਦੂਜੇ ਦੇ ਨਾਲ ਜੁੜਿਆ ਹੋਇਆ ਹੈ। ਮੱਛੀ ਪਾਲਣਾ ਲੈ ਲਓ, ਤੁਸੀਂ ਮੁਰਗੀ ਪਾਲਣਾ ਲੈ ਲਓ, ਤੁਸੀਂ ਹਜ਼ਾਰ ਜਿਹੜੇ ਧੰਦੇ ਨੇ, ਛੋਟੇ ਛੋਟੇ ਧੰਦੇ, ਉਹ ਕਿਸਾਨ ਦੇ ਨਾਲ ਜੁੜੇ ਨੇ। ਜੇ ਸਾਡਾ ਕਿਸਾਨ ਜਿਹੜਾ ਹੈਗਾ ਆ ਉਹ ਮਰ ਗਿਆ ਤਾਂ ਫਿਰ ਅਸੀਂ ਕਿੱਥੇ ਜਾਵਾਂਗੇ? ਸਾਡੀ GDP ਤੁਸੀਂ ਦੇਖ ਲਓ ਕਿੱਧਰ ਨੂੰ ਜਾ ਰਹੀ, ਸਾਡੀ ਅਰਥ ਵਿਵਸਥਾ ਤੁਸੀਂ ਦੇਖ ਲਓ ਕਿੱਧਰ ਨੂੰ ਜਾ ਰਹੀ ਹੈ। ਸੋ ਮੈਂ ਫੇਰ ਤੋਂ ਆਪਣੇ ਪੱਤਰਕਾਰ ਵੀਰਾਂ ਨੂੰ ਜਿਹੜੇ ਮੇਰੇ ਇੱਥੇ ਆਏ ਨੇ ਉਹ ਬਹੁਤ ਸਤਿਕਾਰਯੋਗ ਨੇ, ਸਾਰੀ ਗੱਲ ਜਿਹੜੀ ਨੇ ਉਹ ਪਹੁੰਚਾਉਂਦੇ ਨੇ ਇੱਕ ਦੂਸਰੇ तक। सो मैं बहुत बहुत धन्यवादी। थैंक यू। किसान एंथम डिलीट होने पर भड़के पंजाबी गायक, आइए जानते हैं क्या है पूरा मामला। पंजाबी गायक जस बाजवा व श्री बराड़ ने बुधवार को प्रेस कॉन्फ्रेंस कर किसान एंथम के डिलीट होने के बारे में बात की। उनका कहना था कि हम सभी गायक किसानों के साथ हैं और किसानों के लिए हम जब तक खड़े हैं जब तक हम जीत न जाएं। किसान एंथम क्यों डिलीट हुआ यह रहस्य है, इसमें कोई बड़ी साजिश लगती है क्योंकि यह गाना कोई कमर्शियल गीत नहीं है और किसी भी कलाकार ने इस गीत के लिए कोई मेहनताना भी नहीं लिया है। फर्क पिया ते ना हुण पऊगा। अड़ी है तां ही उत्थे 90 साल दे बजुर्ग बैठे ना ट्रालियां दे थल्ले पए आ, नहीं उन्हां नूं की लोड़ है। फिर कही जांदे जी एक किसान तां अनपढ़ ने, इन्हां नूं अंग्रेजी नहीं आउंदी। ਉਹ ਹਰ ਇੱਕ ਪੱਖੋਂ ਅਸੀਂ ਹਰ ਇੱਕ ਤਰੀਕੇ ਦਾ ਜਵਾਬ ਉਹਨਾਂ ਨੂੰ ਦਿੱਤਾ। ਸੋ ਮੈਨੂੰ ਨਹੀਂ ਲੱਗਦਾ ਕੋਈ ਇਦਾਂ ਦੀ ਗੱਲ ਹੈ। ਅਸੀਂ ਹਲੇ ਵੀ ਗੱਲਬਾਤ ਦੇ ਥਰੂ ਹੀ ਗੱਲ ਨਿਬੇੜਨੀ ਚਾਹੁੰਦੇ ਆ। ਅਸੀਂ ਨਹੀਂ ਚਾਹੁੰਦੇ ਵੀ ਸਾਨੂੰ ਕੁਝ ਇਦਾਂ ਦੀ ਕੱਲ੍ਹ ਨੂੰ ਸਿਚੁਏਸ਼ਨ ਬਣੇ ਵੀ ਉੱਥੇ ਕੋਈ ਲੜਾਈ ਹੋਵੇ, ਕੋਈ ਝਗੜਾ ਹੋਵੇ। ਪਰ ਜੇ ਹੋਊਗੀ ਤਾਂ ਸਾਡਾ ਜਿਹੜਾ ਵਰਗ ਹੈ ਕਦੇ ਵੀ ਉਹ ਪਿੱਛੇ ਨਹੀਂ ਹੋਊਗਾ। ਆਈਟੀ ਸੈੱਲ ਕੰਮ ਕਰ ਰਹੇ, ਹਾਂ ਬਿਲਕੁਲ, ਉਹ ਪ੍ਰੋਪਰ ਤਰੀਕੇ ਨਾਲ ਕਰ ਰਿਹਾ। IT ਸੈੱਲ ਤਾਂ ਜਿਹੜਾ ਕੰਮ ਕਰ ਰਿਹਾ ਉਹ ਐਡੇ ਵਧੀਆ ਤਰੀਕੇ ਨਾਲ ਕੰਮ ਕਰ ਰਿਹਾ। ਤੁਸੀਂ ਇੱਕ ਆ ਵੀ ਜਿਹੜੀ ਚੱਲਦੇ ਹੋਣਗੇ ਇਹਨਾਂ ਦੇ ਥੱਲੇ ਵੀ ਤੁਸੀਂ ਦੇਖ ਲਿਓ, ਲਾਈਵ ਦੇਖ ਲਿਓ, ਇੰਨੇ ਮੈਸੇਜ ਕਰਨਗੇ ਵੀ ਇਹ ਤਾਂ ਜੀ ਅੱਤਵਾਦੀ ਨੇ, ਇਹ ਤਾਂ ਖਾਲਿਸਤਾਨੀ ਨੇ। ਉਹ ਸਾਰਾ IT ਵਰਕ ਕਰ ਰਿਹਾ। ਜਸ ਤੁਸੀਂ ਪਹਿਲੇ ਗਾਣਾ ਗਾਇਆ ਸੀ ਜੱਟ ਜ਼ਿਮੀਦਾਰ ਹੋ, ਇਦਾਂ ਦੇ ਗਾਣੇ ਆਏ ਤੁਹਾਡੇ ਸਟਾਰਟਿੰਗ 'ਚ ਵੀ, ਜੱਟਾਂ ਬਾਰੇ, ਜ਼ਿਮੀਦਾਰਾਂ ਬਾਰੇ, ਖੇਤੀ ਬਾਰੇ, ਤਾਂ ਉਹ ਬੜੇ ਫੇਮਸ ਰਹੇ ਆ, ਤੁਹਾਡੇ ਗਾਣੇ ਵੀ ਬਹੁਤ ਵਧੀਆ ਰਹੇ ਆ। ਤੇ ਅੱਜ ਕੀ ਹੋਇਆ, ਮਤਲਬ ਇਦਾਂ ਦਾ ਕਿਹੜਾ ਗਾਣਾ ਗਾਇਆ ਜਿਹੜਾ ਕਿ ਬੈਨ ਤੁਸੀਂ ਸਮਝਦੇ ਹੋ? ਮੈਂ ਉਹਦੀ ਗੱਲ ਕੀਤੀ ਨਹੀਂ, ਮਤਲਬ ਤੁਹਾਡੇ ਗਾਣੇ ਸ਼ੁਰੂਆਤ ਵੀ ਉਹੀ ਰਹੀ ਹੈ ਤੁਹਾਡੀ, ਮਤਲਬ ਉਸ ਟਾਈਮ ਤੇ ਤਾਂ ਇਹ ਮੁੱਦਾ ਵੀ ਨਹੀਂ ਸੀਗਾ ਜਦੋਂ ਤੁਹਾਡੇ ਉਦਾਂ ਦੇ ਗਾਣੇ ਆਉਂਦੇ ਸੀ। ਮੈਂ ਇਹ ਕਹਿਣਾ ਚਾਹੁੰਦਾ। ਹਾਂ, ਮੈਂ ਇਹੀ ਗੱਲ ਕਹਿਣਾ ਚਾਹੁੰਦਾ ਵੀ ਅੱਜ ਅਸੀਂ ਇੱਕ ਧਿਰ ਨਾਲ ਲੜਾਈ ਲੜ ਰਹੇ ਹਾਂ। BJP ਸਰਕਾਰ ਨਾਲ ਸਾਡੀ ਲੜਾਈ ਹੈ। ਸੋ ਸਾਡਾ ਜਿਹੜਾ ਵਿਰੋਧੀ ਧਿਰ ਹੈ ਉਹ ਸਾਡਾ ਅੰਦੋਲਨ ਫੇਲ ਕਰਨ ਲਈ ਕੁਝ ਵੀ ਕਰਦਾ, ਕਿਉਂਕਿ ਸਾਡਾ ਵਰਗ ਹੈ ਜਿਹੜਾ ਬਹੁਤ ਹਾਈਲਾਈਟ ਹੈ। BJP ਦੇ ਲੀਡਰਾਂ ਨੂੰ ਬੜੀ ਪ੍ਰੋਬਲਮ ਹੈ ਵੀ ਗਾਉਣੇ ਵਾਲੇ ਕਿਉਂ ਆਏ ਹੋਏ ਆ ਵਿੱਚ, ਉਹ ਸਾਨੂੰ ਕੁਝ ਹੋਰ ਤਰ੍ਹਾਂ ਵੀ ਟ੍ਰੀਟ ਕਰਦੇ ਆ ਵੀ ਕਹਿੰਦੇ ਗਾਉਣੇ ਵਾਲੇ ਤਾਂ ਇੱਦਾਂ ਹੀ ਹੁੰਦੇ ਆ। ਪਰ ਸਾਡੇ ਵਰਗ ਨੇ ਜਵਾਬ ਦਿੱਤਾ ਕਿ ਤੁਸੀਂ ਚਾਹੇ ਕੁਝ ਵੀ ਕਰ ਲਓ, ਅਸੀਂ ਪਿੱਛੇ ਨਹੀਂ ਹਟਾਂਗੇ। ਸੋ ਇਹ ਸਾਰਾ ਜਿੰਨਾ ਸ਼ੜਯੰਤਰ ਰਚਿਆ ਜਾ ਰਿਹਾ ਇਹ ਉਹਨਾਂ ਵੱਲੋਂ ਹੀ ਰਚਿਆ ਜਾ ਰਿਹਾ। ਠੀਕ ਹੈ, ਸਾਡਾ ਗਾਣਾ ਵੀ ਅੱਜ ਟ੍ਰੀਟ ਕਰਵਾਇਆ ਇਹ ਵੀ ਉਹਨਾਂ ਦੀ ਦੇਣ ਹੈ। ਜਸਟ ਜਿਹੜਾ ਨਵਾਂ ਗਾਣਾ ਆ ਰਿਹਾ इसी के साथ अब मुझे दीजिए इजाजत, फिर मिलेंगे कुछ खास खबरों के साथ। नमस्कार।